ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਹੀ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਜਾਣਕਾਰੀ ਭਰਪੂਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਡੇ ਮਹਿਮਾਨ ਕਰਨਗੇ। ਉਹ ਤੁਹਾਨੂੰ ਉਹ ਜਾਣਕਾਰੀਆਂ ਦੇਣਗੇ ਜਿਸ ਦੀ ਤੁਹਾਨੂੰ ਉਤਸੁਕਤਾ ਹੈ, ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਕੋਈ ਨਾ ਕੋਈ ਫੇਰ ਬਦਲ ਹੁੰਦਾ ਰਹਿੰਦਾ ਹੈ। ਜ਼ਰੂਰਤ ਦੇ ਹਿਸਾਬ ਦੇ ਨਾਲ ਨਵੇਂ ਪ੍ਰੋਗਰਾਮ ਡਿਜ਼ਾਈਨ ਕਰ ਲਏ ਜਾਂਦੇ ਨੇ। ਪੁਰਾਣੇ ਪ੍ਰੋਗਰਾਮਾਂ ਦੇ ਵਿੱਚ ਜੇ ਕੋਈ ਖਾਮੀ ਮਹਿਸੂਸ ਹੁੰਦੀ ਹੈ ਤਾਂ ਫਿਰ ਉਸ ਦੇ ਵਿੱਚ ਵੀ ਕੋਈ ਨਾ ਕੋਈ ਸੋਧ ਕਰ ਦਿੱਤੀ ਜਾਂਦੀ ਹੈ। ਸੋ ਬੀਤੇ ਕੁਝ ਕੁ ਦਿਨਾਂ ਤੋਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਮੁਤਲਕ ਕਾਫੀ ਚਰਚਾ ਚੱਲ ਰਹੀ ਹੈ। ਤੁਹਾਡੇ ਬਹੁਤ ਸਾਰੇ ਸਵਾਲ ਨੇ, ਉਹਨਾਂ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ। CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਸਾਹਿਬ ਅੱਜ ਸਾਡੇ ਸਟੂਡੀਓ ਦੇ ਵਿੱਚ ਨੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਤੇ ਫਿਰ ਕੁਝ ਇੱਕ ਜਾਣਕਾਰੀਆਂ। ਖਹਿਰਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਈ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਖਹਿਰਾ ਸਾਹਿਬ ਮੈਨੂੰ ਇਹ ਦੱਸੋ, ਬੀਤੇ ਕੁਝ ਕੁ ਦਿਨਾਂ ਤੋਂ ਚਰਚਾ ਚ ਸੰਖੇਪ ਦੇ ਵਿੱਚ ਇਹ ਦੱਸੀਏ ਜੀ, ਇੱਕੋ ਪੁਆਇੰਟਾਂ ਵਾਲਾ ਕਾਫੀ ਮਾਮਲਾ ਚੱਲ ਰਿਹਾ ਹੈ। ਸੰਖੇਪ ਝਾਤ ਤੋਂ ਉਹਦੇ ਤੇ ਮਾਰ ਕੇ ਤੇ ਕਈ ਹੋਰ ਕੈਟਾਗਰੀਜ਼ ਦੀ ਗੱਲ ਕਰਾਂਗੇ ਜੀ। ਸੋ ਜਿਹੜਾ ਰੀਸੈਂਟ ਡਰਾ ਜਿਹੜਾ ਕੱਢਿਆ ਗਿਆ, ਜਿਹਦੇ ਬਾਰੇ ਬਹੁਤ ਚਰਚਾ ਚੱਲ ਰਹੀ ਹੈ ਜੀ, ਉਹ ਐਕਸਕਲੂਸਿਵਲੀ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ ਉਹਨਾਂ ਲਈ ਉਹ ਡਰਾ ਕੱਢਿਆ ਗਿਆ। ਸੋ ਜਦੋਂ ਵੀ ਤੁਸੀਂ ਐਕਸਪ੍ਰੈਸ ਐਂਟਰੀ ਪੂਲ ਸਿਸਟਮ ਦੇ ਵਿੱਚ ਐਪਲੀਕੇਸ਼ਨ ਦਾਇਰ ਕਰਦੇ ਹੋ ਤਾਂ 3 ਡਿਫਰੈਂਟ ਕੈਟੇਗਰੀਜ਼ ਨੇ ਜਿਹੜੀ ਬੇਸਿਕ ਐਲੀਜੀਬਿਲਿਟੀ ਕ੍ਰਾਈਟੇਰੀਆ ਸੈੱਟ ਕਰਦੇ ਨੇ ਪੂਲ ਦੇ ਵਿੱਚ ਐਂਟਰ ਕਰਨ ਦੇ ਲਈ। ਸੋ ਜਦੋਂ ਤੁਸੀਂ ਪੂਲ ਤੋਂ ਬਾਹਰ ਆਉਣਾ ਜਾਂ ਡਰਾ ਜਦੋਂ ਤੁਹਾਡਾ ਨਿਕਲਦਾ ਤਾਂ ਤੁਹਾਡਾ ਇੱਕ ਸਪੈਸੀਫਿਕ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਜਾਂ CRS ਸਕੋਰ ਚਾਹੀਦਾ, ਜਿਹਦੇ ਬੇਸਿਸ ਤੇ ਤੁਹਾਨੂੰ ਇਨਵੀਟੇਸ਼ਨ ਜਨਰੇਟ ਹੁੰਦਾ। ਹੁਣ ਜਿਹੜੇ ਰੀਸੈਂਟ ਡਰਾ ਨਿਕਲਿਆ ਇਹ ਬਹੁਤ ਸਰਪ੍ਰਾਈਜ਼ਿੰਗ ਡਰਾ ਨਿਕਲਿਆ, ਜਿਹਦੇ 'ਚ ਜਿਹੜਾ ਡਰਾ ਦਾ ਸਕੋਰ ਆ 75 ਰੱਖਿਆ ਗਿਆ। ਸੋ ਇਟ ਮੀਨਸ ਜਿਹੜੇ ਇਸ ਤੋਂ ਪਹਿਲਾਂ ਡਰਾ ਨਿਕਲਦੇ ਗਏ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਉਹ 435 37 ਤੋਂ ਪਲੱਸ ਜਿਹੜੇ ਡਰਾਜ਼ ਉਹ ਨਿਕਲਦੇ ਗਏ ਆ। ਔਰ ਇਹ ਜਿਹੜਾ ਡਰਾ ਐਕਸਕਲੂਸਿਵਲੀ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿਹਦੇ ਵਿੱਚ ਘੱਟੋ ਘੱਟ ਵਿਅਕਤੀ ਕੋਲ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਜੇ ਹੈ ਕੈਨੇਡਾ ਦੇ ਵਿੱਚ ਹਾਈ ਸਕੇਲ ਦੇ ਵਿੱਚ, ਤਾਂ ਫਿਰ ਉਹ ਇਹ ਐਪਲੀਕੇਸ਼ਨ ਦੇ ਵਿੱਚ ਕੁਆਲੀਫਾਈ ਕੀਤੇ ਨੇ। ਤੇ ਇਸ ਤੋਂ ਇਲਾਵਾ ਜਿਹੜੇ PNP ਹੋਲਡਰਸ ਨੇ, ਜਿਨ੍ਹਾਂ ਦੀ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਆਲਰੇਡੀ ਅਪਰੂਵ ਹੋ ਚੁੱਕੀ ਹੈ ਔਰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹ ਵੇਟ ਕਰ ਰਹੇ ਸੀ, ਉਹਨਾਂ ਦਾ ਜਿਹੜਾ ਕੰਬਾਈਨਡ ਡਰਾ ਜਿਹੜਾ ਹੈ ਨਿਕਲਿਆ, ਜਿਹਦੇ ਕਰਕੇ ਜਿਹੜੇ 27,000 ਪਲੱਸ ਐਪਲੀਕੇਸ਼ਨਸ ਨੇ ਜਿਹੜੀਆਂ ਸਿਲੈਕਟ ਹੋਈਆਂ ਨੇ। ਇਸ ਤੋਂ ਇਲਾਵਾ ਜਿਹੜੀ ਸਰਕਾਰ ਨੇ ਜਿਹੜੀ ਫੋਕਸ ਕਰ ਰਹੇ ਨੇ ਇਸ ਵਾਰ ਉਹ 108,000 ਪਲੱਸ ਐਪਲੀਕੇਸ਼ਨਸ ਨੂੰ ਬੇਸਿਕਲੀ ਅਪਰੂਵ ਕਰਨਗੇ, ਕਿਉਂਕਿ ਪਿਛਲੇ ਸਾਲ ਜਿਹੜਾ ਕੈਪ ਰੱਖਿਆ ਗਿਆ ਸੀ ਕੋਵਿਡ ਦੇ ਕਰਕੇ, ਜਿਹੜਾ ਕੋਟਾ ਹੈਗਾ ਉਹ ਰੀਚ ਨਹੀਂ ਕਰ ਪਾਇਆ। ਇਸ ਕਰਕੇ ਜਿਹੜੇ ਸਰਕਾਰ ਤੇ ਪ੍ਰੈਸ਼ਰ ਸੀਗਾ ਵੀ ਜਿਹੜੇ ਕੁਆਲੀਫਾਈਡ ਇੰਡੀਵਿਜੂਅਲਸ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਇਮੀਗ੍ਰੇਸ਼ਨ ਦਿੱਤੀ ਜਾਵੇ ਐਜ਼ ਕੰਪੇਅਰ ਟੂ ਵੀ ਕੈਨੇਡਾ ਤੋਂ ਬਾਹਰ ਉਹਨਾਂ ਨੂੰ ਜਿਹੜਾ ਬੁਲਾਇਆ ਜਾਵੇ, ਕਿਉਂਕਿ ਕੈਨੇਡਾ ਤੋਂ ਬਾਹਰ ਜਦੋਂ ਸਪਾਂਸਰਸ਼ਿਪ ਕਰਦੇ ਹਾਂ ਤਾਂ ਫਿਰ ਕੋਵਿਡ ਕਰਕੇ ਜਿਹੜੀਆਂ ਕਾਫੀ ਅਨਸਰਟਨਟੀਜ਼ ਹੋ ਜਾਂਦੀਆਂ ਨੇ, ਐਪਲੀਕੇਸ਼ਨ ਨਹੀਂ ਲਈ ਜਾਂਦੀ ਜਾਂ ਐਪਲੀਕੇਸ਼ਨ ਜੇ ਆਫਿਸ ਖੁੱਲ੍ਹਦਾ ਵੀ ਹੈ ਤਾਂ ਫਿਰ ਉਹਦੇ ਵਿੱਚ ਦੇਰੀ ਆ ਜਾਂਦੀ ਹੈ। ਤਾਂ ਪ੍ਰੋਸਪੈਕਟਿਵ ਜਿਹੜਾ ਕੈਂਡੀਡੇਟ ਉਹ ਕੈਨੇਡਾ ਦੇ ਵਿੱਚ ਪਹੁੰਚਣ 'ਚ ਉਹਨੂੰ ਮੁਸ਼ਕਿਲ ਆਉਂਦੀ ਹੈ ਔਰ ਦੇਰੀ ਆਉਂਦੀ ਹੈ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਹੁਣ ਫੋਕਸ ਕਰ ਰਹੀ ਹੈ ਜਿਹੜੇ ਵਿਅਕਤੀ ਕੈਨੇਡਾ ਦੇ ਵਿੱਚ ਆਲਰੇਡੀ ਆਏ ਹੋਏ ਨੇ। ਪਰ ਇਸ ਚੀਜ਼ ਦਾ ਜਿਹੜਾ ਫਾਇਦਾ ਹੈਗਾ ਉਹ ਸਿਰਫ ਉਹਨਾਂ ਵਿਅਕਤੀਆਂ ਨੂੰ ਮਿਲਿਆ ਜਿਨ੍ਹਾਂ ਕੋਲ ਕੈਨੇਡਾ ਦਾ 1 ਸਾਲ ਦਾ ਹਾਈ ਸਕਿੱਲ ਐਕਸਪੀਰੀਅੰਸ ਸੀ ਵਿਦਿਨ 3 years। ਅੱਛਾ, ਹੁਣ ਮੈਨੂੰ ਇਹ ਦੱਸਿਓ, ਇਹ ਜਿਹੜਾ ਤਜਰਬਾ ਹੈ 1 ਸਾਲ ਦਾ, ਇਕੱਠਾ ਹੋਣਾ ਚਾਹੀਦਾ ਕਿ ਟੋਟੇ ਵੀ ਹੋ ਸਕਦੇ? ਇਹ 3 years ਦਾ ਜਿਹੜਾ ਪੀਰੀਅਡ ਲਿਆ ਜਾਏਗਾ, ਉਹਦੇ ਵਿੱਚ ਜੇ ਤੁਹਾਡਾ ਤਜਰਬਾ ਟੋਟੇ ਵੀ ਹੈਗਾ, ਜਿਵੇਂ ਤੁਸੀਂ ਕਹਿ ਰਹੇ ਸੀ ਕੰਟੀਨਿਊਸ ਨਹੀਂ ਹੈ, ਫਿਰ ਵੀ ਤੁਸੀਂ ਐਲੀਜੀਬਲ ਹੋ, ਤੁਸੀਂ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ। ਫਰਜ਼ ਕੀਤਾ ਤੁਸੀਂ ਇੱਕ ਜਗ੍ਹਾ ਤੇ 8 ਮਹੀਨੇ ਕੰਮ ਕੀਤਾ, ਫਿਰ ਸਵਿਚ ਕਰਕੇ ਕਿਸੇ ਹੋਰ ਐਮਪਲੋਇਰ ਕੋਲ ਤੁਸੀਂ ਮੂਵ ਕਰ ਗਏ ਹੋ, ਤਾਂ ਜੇ ਤੁਹਾਡਾ ਕੰਬਾਈਨਡ ਐਕਸਪੀਰੀਅੰਸ ਬਣਦਾ ਹੈਗਾ ਵਿਦਿਨ 3 years ਤਾਂ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਦਾਇਰ ਕਰ ਸਕਦੇ ਹੋ। ਖਹਿਰਾ ਸਾਹਿਬ, ਇਹ ਦੱਸਿਓ, ਤੁਹਾਨੂੰ ਬਹੁਤ ਲੰਬਾ ਤਜਰਬਾ ਹੈ, ਤੁਹਾਡੇ ਤਜਰਬੇ ਦੇ ਵਿੱਚ ਕਦੇ ਇੰਨਾ ਘੱਟ ਸਕੋਰ ਇੰਨੇ 75 ਦੇ ਨੇੜੇ ਤੇੜੇ ਰਿਹਾ ਜੀ? ਕਦੀ ਨਹੀਂ, ਕਦੇ ਵੀ ਨਹੀਂ, ਔਰ ਐਕਸਪੈਕਟਡ ਵੀ ਨਹੀਂ ਸੀਗਾ। ਇਹ ਇੰਨਾ ਜਿਹੜਾ ਸਕੋਰ ਡ੍ਰੌਪ ਕੀਤਾ ਉਹਦਾ ਸਿਰਫ ਰੀਜ਼ਨ ਹੀ ਹੈ ਵੀ ਜਿਹੜੇ ਸਰਕਾਰ ਫੋਕਸ ਕਰ ਰਹੀ ਹੈ ਉਹਨਾਂ ਇੰਡੀਵਿਜੂਅਲ ਤੇ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਆਏ ਹੋਏ ਨੇ। ਭਾਈ ਜੀ, ਇਹਦੇ ਤੋਂ ਬਾਅਦ ਇਹ ਦੱਸਿਓ, ਸਮੇਂ-ਸਮੇਂ ਤੇ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ, ਦਰਸ਼ਕਾਂ ਦੇ ਬਹੁਤ ਸਵਾਲ ਆਉਂਦੇ ਨੇ ਨੈਣੀ ਪ੍ਰੋਗਰਾਮ ਦੇ ਬਾਬਤ, ਕੀ ਇਸ ਦੇ ਵਿੱਚ ਕੋਈ ਅਪਡੇਟ ਹੈ ਜਾਂ ਪੁਰਾਣਾ ਹੀ ਪ੍ਰੋਗਰਾਮ ਚੱਲ ਰਿਹਾ ਜੀ? ਅਸੀਂ ਲਾਸਟ ਈਅਰ ਇਹ ਪ੍ਰੋਗਰਾਮ ਨੂੰ ਤਬਦੀਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜਿਹੜਾ ਪੁਰਾਣਾ ਪ੍ਰੋਗਰਾਮ ਸੀ ਉਹਦੇ ਵਿੱਚ ਜਿਹੜੀ ਲਿਵ ਇਨ ਕੇਅਰਗਿਵਰ ਸੀ ਉਹਨੂੰ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ ਸੀ। ਬਦਲਣ ਤੋਂ ਬਾਅਦ ਜਿਵੇਂ 2 ਡਿਫਰੈਂਟ ਸਟਰੀਮਸ ਚਲਾਈਆਂ ਸੀ, ਜਿਹਦੇ ਵਿੱਚ ਜਿਹੜੇ ਚਾਈਲਡ ਕੇਅਰ ਪ੍ਰੋਵਾਈਡਰਸ ਨੇ ਤੇ ਦੂਸਰੇ ਜਿਹੜੇ ਹੈਗੇ ਆ ਐਲਡਰਲੀ ਕੇਅਰ ਪ੍ਰੋਵਾਈਡਰਸ ਜਾਂ ਜਿਹੜੇ ਡਿਸੇਬਲ ਇੰਡੀਵਿਜੂਅਲਸ ਨੂੰ ਕੇਅਰ ਪ੍ਰੋਵਾਈਡ ਕਰਦੇ ਆ। ਨਾਓ ਇਹਨਾਂ ਇੰਡੀਵਿਜੂਅਲਸ ਲਈ ਪ੍ਰੋਗਰਾਮ ਦੇ ਵਿੱਚ ਮੇਜਰ ਚੇਂਜਸ ਲਿਆਂਦੀਆਂ ਗਈਆਂ ਸੀ।
ਜਿਹਦੇ ਵਿੱਚ ਦੋਨੇ ਪ੍ਰੋਗਰਾਮਸ ਤੇ ਕੈਪ ਰੱਖਿਆ ਗਿਆ ਸੀ ਜੀ। ਟੋਟਲ ਜਿਹੜੀਆਂ 2500 ਐਪਲੀਕੇਸ਼ਨ ਲਈਆਂ ਜਾਣਗੀਆਂ ਹਰੇਕ ਜਿਹੜੀ ਪਾਰਟਿਕੂਲਰ ਸਬ ਕੈਟਾਗਰੀ ਹੈ। ਸੋ ਨਾਓ ਪਿਛਲੇ ਸਾਲ ਇਹ ਜਿਹੜਾ ਬੱਚਿਆਂ ਦੀ ਕੇਅਰ ਦੇ ਲਈ ਇਹ ਜਿਹੜਾ ਕੈਪ ਹੈ ਪਹੁੰਚ ਗਿਆ ਸੀਗਾ, ਨਵੰਬਰ ਦੇ ਮਹੀਨੇ ਦੇ ਵਿੱਚ ਇਹ ਭਰ ਗਿਆ ਸੀ ਜੀ। ਔਰ ਜਨਵਰੀ ਦੇ ਵਿੱਚ ਇਹ ਦੁਬਾਰਾ ਖੁੱਲ੍ਹਣਾ ਸੀ। ਸਰਕਾਰ ਨੇ ਦੁਬਾਰਾ ਹੁਣ ਐਪਲੀਕੇਸ਼ਨਾਂ ਲੈਣੀਆਂ ਐਕਸੈਪਟ ਕਰ ਲਈਆਂ ਨੇ। ਜੀ। ਸੋ ਹੁਣ ਜੇ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਲਈ, ਬਜ਼ੁਰਗਾਂ ਦੇ ਲਈ ਕੇਅਰ ਦੇ ਲਈ ਤੁਸੀਂ ਨੈਨੀ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਨੇ ਇਹ ਪ੍ਰੋਗਰਾਮ ਨੂੰ ਖੋਲ੍ਹਿਆ। ਸੋ ਇਹਦੇ ਵਿੱਚ ਕਾਫੀ ਤਬਦੀਲੀਆਂ ਵੀ ਲਿਆਂਦੀਆਂ ਗਈਆਂ ਸੀ। ਜਿਵੇਂ ਮੈਂ ਕਿਹਾ ਸੀ, ਜਿਹੜਾ ਪੁਰਾਣਾ ਪ੍ਰੋਗਰਾਮ ਸੀ ਉਹਦੇ ਵਿੱਚ ਜਿਹੜੀਆਂ ਰਿਕੁਆਇਰਮੈਂਟ ਸੀ ਬਿਲਕੁਲ ਡਿਫਰੈਂਟ ਸੀ। ਹੁਣ ਵਾਲੇ ਪ੍ਰੋਗਰਾਮ ਦੀਆਂ ਜਿਹੜੀਆਂ ਰਿਕੁਆਇਰਮੈਂਟ ਨੇ ਉਹ ਬਿਲਕੁਲ ਡਿਫਰੈਂਟ ਨੇ। ਉਹ ਕਿਵੇਂ ਡਿਫਰੈਂਟ ਨੇ, ਕੀ ਫਰਕ ਹੈ ਜੀ? ਜਿਹੜਾ ਹੁਣ ਵਾਲਾ ਪ੍ਰੋਗਰਾਮ ਹੈ ਇਹਨੂੰ ਇੱਕ ਤਾਂ ਸਭ ਤੋਂ ਪਹਿਲਾਂ ਉਹਨੂੰ ਆਕੂਪੇਸ਼ਨ ਸਪੈਸੀਫਿਕ ਬਣਾਇਆ ਗਿਆ ਜੀ। ਔਰ ਜਿਹੜੇ ਆਉਣ ਵਾਲੇ ਟਾਈਮ ਵੀ ਹੋਏਗਾ ਉਹਦੇ ਵਿੱਚ ਇਹ ਇੱਕ ਟੈਸਟ ਫੇਜ਼ ਤੇ ਪ੍ਰੋਗਰਾਮ ਹੈ ਜਿਹਦੇ ਵਿੱਚ ਸਰਕਾਰ ਆਕੂਪੇਸ਼ਨ ਬੇਸਡ ਜਿਹੜੀ ਵਰਕ ਪਰਮਿਟਸ ਨੂੰ ਇਸ਼ੂ ਕਰ ਰਹੀ ਹੈ। ਜਿਹੜੇ ਬਾਕੀ ਵਰਕ ਪਰਮਿਟਸ ਹੁੰਦੇ ਨੇ ਉਹ EMPLOYMENT ਬੇਸਡ ਆਕੂਪੇਸ਼ਨਸ ਨੇ। ਮਾਫ ਕਰਨਾ, ਜਿਹੜੇ EMPLOYMENT ਬੇਸਡ ਵਰਕ ਪਰਮਿਟਸ ਨੇ ਉਹ ਇਸ਼ੂ ਹੁੰਦੇ ਨੇ। ਸੋ ਦੈਟ ਮੀਨਸ ਤੁਸੀਂ ਇੱਕ ਸਪੈਸੀਫਿਕ EMPLOYER ਦੇ ਕੋਲ ਹੀ ਕੰਮ ਕਰ ਸਕਦੇ ਹੋ ਐਂਡ ਇੱਕ ਪਾਰਟਿਕੂਲਰ ਆਕੂਪੇਸ਼ਨ ਦੇ ਵਿੱਚ ਕੰਮ ਕਰ ਸਕਦੇ ਹੋ। ਬਟ ਜਿਹੜਾ ਨੈਨੀ ਦਾ ਜਿਹੜਾ ਵਰਕ ਪਰਮਿਟ ਦੀ ਆਪਾਂ ਗੱਲ ਕਰਦੇ ਹਾਂ, ਇਹ ਵਰਕ ਪਰਮਿਟ ਦੇ ਵਿੱਚ ਤੁਸੀਂ ਇੱਕ ਸਿਮਿਲਰ ਆਕੂਪੇਸ਼ਨ ਦੇ ਵਿੱਚ ਕਿਸੇ ਵੀ EMPLOYER ਨਾਲ ਕੰਮ ਕਰ ਸਕਦੇ ਹੋ। ਇਹਦਾ ਮਤਲਬ ਤੁਸੀਂ ਬਾਉਂਡਡ ਨਹੀਂ, ਇੱਕ ਬੰਦੇ ਨਾਲ ਬੰਨੇ ਨਹੀਂ ਹੋਏ, ਕੰਮ ਤੁਹਾਨੂੰ ਸੇਮ ਕਰਨਾ ਪਵੇਗਾ, ਪਰ ਕਿਤੇ ਵੀ ਜੇਕਰ ਕੰਮ ਹੋਵੇ ਉੱਥੇ ਕਰ ਸਕਦੇ ਹੋ। ਬਿਲਕੁਲ ਇਨ ਸੇਮ ਆਕੂਪੇਸ਼ਨ। ਹਾਂ, ਜੇ ਤੁਸੀਂ ਲਾਈਕ 4421 ਨੌਕ ਦੇ ਵਿੱਚ ਆਏ ਹੋ ਤਾਂ ਫਿਰ ਤੁਸੀਂ ਉਸੇ ਨੌਕ ਦੇ ਵਿੱਚ ਕੰਮ ਕਰ ਸਕਦੇ ਹੋ ਕਿ ਡਿਫਰੈਂਟ ਨੌਕ ਦੇ ਵਿੱਚ ਕੰਮ ਨਹੀਂ ਜਾ ਕੇ ਕਰ ਸਕਦੇ, ਪਰ EMPLOYER ਡਿਫਰੈਂਟ ਹੋ ਸਕਦਾ। ਸੋ ਤੁਸੀਂ ਇੱਕ ਜਗ੍ਹਾ ਤੇ EMPLOYER ਸਪੈਸੀਫਿਕ ਨਹੀਂ ਹੈ ਤੁਹਾਡਾ ਜਿਹੜਾ ਵਰਕ ਪਰਮਿਟ ਹੈ। ਸੈਕੰਡ ਬਿਗੇਸਟ ਚੇਂਜ ਆਇਆ ਸੀ ਕਿਉਂਕਿ ਜਦੋਂ ਮੋਸਟਲੀ ਜਿਹੜੇ ਨੈਨੀਜ਼ ਕੈਨੇਡਾ ਦੇ ਵਿੱਚ ਆਉਂਦੀਆਂ ਸੀ ਤੇ ਇੱਕ ਡਿਸਕਰੇਜਿੰਗ ਫੈਕਟਰ ਸੀ ਵੀ ਉਹਨਾਂ ਨੂੰ ਫੈਮਿਲੀ ਨੂੰ ਛੱਡ ਕੇ ਆਉਣਾ ਪੈਂਦਾ ਸੀ, ਜੇ ਖਾਸ ਕਰਕੇ ਉਹਨਾਂ ਦੇ ਬੱਚੇ ਨੇ ਜਾਂ ਉਹਨਾਂ ਦਾ ਵਿਆਹ ਹੋਇਆ। ਤਾਂ ਹੁਣ ਵਾਲੇ ਪ੍ਰੋਗਰਾਮ ਦੇ ਵਿੱਚ ਸਰਕਾਰ ਨੇ ਇੱਕ ਪ੍ਰੋਵੀਜ਼ਨ ਰੱਖੀ ਹੈ ਜਿਹਦੇ ਵਿੱਚ ਜਿਹੜੇ ਹਸਬੈਂਡ ਨੇ ਉਹਨਾਂ ਨੂੰ ਪ੍ਰਿਵਿਲੇਜ ਦਿੱਤੀ ਜਾਏਗੀ ਵੀ ਉਹਨਾਂ ਨੂੰ ਓਪਨ ਵਰਕ ਪਰਮਿਟ ਜਿਹੜਾ ਉਹ ਇਸ਼ੂ ਕੀਤਾ ਜਾਏਗਾ। ਤੇ ਸੈਕੰਡ ਜਿਹੜੀ ਨਾਲ ਇੱਕ ਆਪਸ਼ਨ ਰੱਖੀ ਹੋਈ ਹੈ ਵੀ ਜੇ ਬੱਚੇ ਉਹਨਾਂ ਦੇ ਨਾਲ ਆ ਰਹੇ ਨੇ ਤਾਂ ਬੱਚੇ ਦੀ ਜਿਹੜਾ ਸਟੱਡੀ ਪਰਮਿਟ ਹੈ ਉਹ ਵੀ ਨਾਲ ਜਿਹੜਾ ਦਿੱਤਾ ਜਾਵੇ। ਸੋ ਜੇ ਬੱਚੇ ਨੂੰ ਸਟੱਡੀ ਪਰਮਿਟ ਇਸ਼ੂ ਹੁੰਦਾ ਤੇ ਉਹ ਕਿਸੇ ਪਬਲਿਕ ਫੰਡਡ ਸਕੂਲ ਦੇ ਵਿੱਚ ਪੜ੍ਹਦਾ ਲੈਸ ਦੈਨ ਪੋਸਟ ਸੈਕੰਡਰੀ ਐਜੂਕੇਸ਼ਨ, ਤਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਉਹ ਵੀ ਫ੍ਰੀ ਆਫ ਕਾਸਟ ਹੁੰਦੀ ਹੈ। ਜੇ ਉਹ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ ਚਾਹੁੰਦੇ ਨੇ ਫਿਰ ਇੰਟਰਨੈਸ਼ਨਲ ਫੀਸ ਦੇਣੀ ਪਏਗੀ ਜੀ। ਇਸ ਤੋਂ ਇਲਾਵਾ ਜਿਹੜੀ ਨੈਨੀ ਪ੍ਰੋਗਰਾਮ ਹੈ ਉਹਦੇ ਵਿੱਚ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਹੈ ਉਹ ਵੀਜ਼ਾ ਪੋਸਟ ਹੀ ਟੈਸਟ ਕੀਤੀ ਜਾਏਗੀ। ਸੋ ਉਹਨਾਂ ਨੂੰ ਜਿਹੜੀ ਉਹ ਪਰਮਾਨੈਂਟ ਰੈਜ਼ੀਡੈਂਸੀ ਦੀ ਕਲੀਅਰੈਂਸ ਹੈ ਉੱਥੇ ਹੀ ਮਿਲੇਗੀ, ਜਿਸ ਦੇ ਵਿੱਚ ਬੜੀ ਸਪੈਸੀਫਿਕ ਕੰਡੀਸ਼ਨ ਰੱਖੀ ਹੋਈ ਹੈ ਵੀ ਨੈਨੀ ਦੇ ਕੋਲ ਜਿਹੜੀ ਐਜੂਕੇਸ਼ਨ ਹੈ ਉਹ ਪੋਸਟ ਸੈਕੰਡਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਉਹਨਾਂ ਦੇ ਕੋਲ IELTS CLB 5 ਹੋਣਾ ਚਾਹੀਦਾ। ਉਹਨਾਂ ਦੇ ਕੋਲ ਉਹਨਾਂ ਨੇ ਪ੍ਰੂਵ ਕਰਨਾ ਵੀ ਉਹਨਾਂ ਕੋਲ ਸਫੀਸ਼ੀਐਂਟ ਨੌਲੇਜ ਹੈਗੀ ਹੈ ਵੀ ਉਹ ਆਪਣਾ ਕੈਨੇਡਾ ਪਹੁੰਚਣ ਤੋਂ ਬਾਅਦ ਉਹ ਪਾਰਟਿਕੂਲਰ ਕੰਮ ਕਰ ਸਕਦੇ ਨੇ। ਇਹ ਬਿਲਕੁਲ ਗ੍ਰੇ ਏਰੀਆ ਹੈਗਾ ਵੀ ਇਹਦੇ 'ਚ ਕੋਈ ਸਪੈਸੀਫਿਕ ਜਿਵੇਂ ਰਿਕੁਆਇਰਮੈਂਟ ਪੁਰਾਣੇ ਸਮੇਂ ਦੇ ਵਿੱਚ ਰੱਖੀ ਹੁੰਦੀ ਸੀ ਵੀ ਚਾਹੇ ਤਾਂ ਤੁਸੀਂ ਇਨ ਕਲਾਸਰੂਮ 6 ਮੰਥਸ ਦੀ ਟ੍ਰੇਨਿੰਗ ਲੈ ਕੇ ਆਓ 750 ਆਵਰਸ ਦੀ, ਜਾਂ ਫਿਰ ਤੁਸੀਂ ਪਿਛਲੇ 3 ਸਾਲਾਂ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਦਿਖਾਓ ਐਜ਼ ਅ ਨੈਨੀ, ਔਰ ਉਹ ਜਿਹੜਾ ਐਕਸਪੀਰੀਅੰਸ ਉਹ ਪੇਡ ਹੋਣਾ ਚਾਹੀਦਾ। ਪਰ ਇਹਦੇ 'ਚ ਉਹ ਕੰਡੀਸ਼ਨ ਨੂੰ ਹਟਾਇਆ ਗਿਆ। ਬਟ ਇਹਦੇ ਵਿੱਚ ਜਿਹੜੀ ਰੈਲੇਵੈਂਟ ਐਕਸਪੀਰੀਅੰਸ ਹੈ ਉਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਰੈਲੇਵੈਂਟ ਨੌਲੇਜ ਨਹੀਂ ਹੈ ਤਾਂ ਵੀਜ਼ਾ ਆਫਿਸਰ ਤੁਹਾਨੂੰ ਰਿਫਿਊਜ਼ ਕਰ ਸਕਦਾ ਇਸ ਗਰਾਊਂਡ ਤੇ। ਉਹ ਸਿੱਧ ਕਿਵੇਂ ਕਰੂਗਾ ਜੀ ਇਨਸਾਨ? ਦੋ ਤਰੀਕੇ ਨਾਲ ਹੋ ਸਕਦੀ ਹੈ ਬਈ, ਜਾਂ ਤਾਂ ਫਿਰ ਥੋੜੀ ਐਜੂਕੇਸ਼ਨ ਹੋਵੇ। ਹੁਣ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੇ ਨਰਸਿੰਗ ਕੀਤੀ ਹੋਈ ਹੈ, ਉਹਨਾਂ ਨੂੰ ਸਿੱਧ ਕਰਨਾ ਬਹੁਤ ਈਜ਼ੀ ਹੈ ਬਿਕੋਜ਼ ਉਹ ਆਲਰੇਡੀ ਉਸ ਕੰਮ ਦੇ ਲਈ ਓਵਰ ਕੁਆਲੀਫਾਈਡ ਨੇ ਜਿਸ ਕੰਮ ਲਈ ਉਹ ਆ ਰਹੇ ਨੇ। ਜਾਂ ਡਿਸੇਬਲ ਬੰਦੇ ਦੀ ਕੇਅਰ ਕਰਨੀ ਹੈ, ਜਾਂ ਉਹ ਐਲਡਰਲੀ ਕਿਸੇ ਬੰਦੇ ਦੀ ਕੇਅਰ ਕਰਨੀ ਹੈ, ਮੈਡੀਕੇਸ਼ਨ ਦੇਣੀ ਹੈ, ਉਹਨਾਂ ਨੂੰ ਕੰਪੈਨੀਅਨਸ਼ਿਪ ਦੇਣੀ ਹੈ, ਤਾਂ ਉਹ ਈਜ਼ੀਲੀ ਪ੍ਰੂਵ ਕਰ ਸਕਦੇ ਨੇ। ਸੋ ਜਿਹੜੇ ਛੋਟੇ ਬੱਚਿਆਂ ਨੂੰ ਕੇਅਰ ਕਰਦੇ ਨੇ, ਜਿਹੜੇ ਨੈਨੀਜ਼ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ, ਤਾਂ ਉਹਨਾਂ ਨੂੰ ਫਿਰ ਐਕਸਪੀਰੀਅੰਸ ਵੀ ਬਹੁਤ ਰੈਲੇਵੈਂਟ ਹੋਣਾ ਚਾਹੀਦਾ। ਜੇ ਉਹਨਾਂ ਦਾ ਐਕਸਪੀਰੀਅੰਸ ਨਹੀਂ ਹੈ ਰੈਲੇਵੈਂਟ, ਜਾਂ ਫਰਸਟ ਏਡ ਦੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੈ, ਜਾਂ ਜਿਵੇਂ ਫੋਰ ਐਗਜ਼ਾਮਪਲ ਬੱਚਾ ਚੋਕ ਹੋ ਜਾਂਦਾ, ਇੱਕ ਸਿਨੈਰੀਓ ਹੈਗਾ, ਬਹੁਤ ਕਾਮਨ ਕੁਐਸਚਨ ਹੈ ਜਿਹੜਾ ਨੈਨੀ ਐਪਲੀਕੇਸ਼ਨ ਪੁੱਛਿਆ ਜਾਂਦਾ ਵੀ ਜੇ ਬੱਚਾ ਚੋਕ ਹੋ ਗਿਆ ਕੀ ਸਟੈਪਸ ਲਓਗੇ ਤੁਸੀਂ, ਰਾਈਟ? ਸੋ ਇਹ ਚੀਜ਼ਾਂ ਜਿਵੇਂ ਜਾਂ ਘਰ ਦੇ ਵਿੱਚ ਅੱਗ ਲੱਗ ਗਈ ਤਾਂ ਕੀ ਤੁਸੀਂ ਸਟੈਪਸ ਲਓਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਨੌਲੇਜ ਹੋਣੀ ਚਾਹੀਦੀ ਹੈ। ਜੇ ਤੁਸੀਂ ਇਹ ਡਿਸਪਲੇ ਨਹੀਂ ਕਰ ਪਾਉਂਦੇ ਨੌਲੇਜ ਇੰਟਰਵਿਊ ਦੇ ਟਾਈਮ ਦੇ ਉੱਤੇ, ਤਾਂ ਫਿਰ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਨਾ ਮਨਜ਼ੂਰ ਹੋ ਜਾਂਦੀ ਹੈ। ਸੋ ਜੇ ਤੁਸੀਂ ਪੜ੍ਹੀ ਹੋਈ ਹੈ ਈਵਨ ਦੋ ਰਿਕੁਆਇਰਮੈਂਟ ਨਹੀਂ ਹੈ, ਬਟ ਇਨਡਾਇਰੈਕਟਲੀ ਉਹ ਰਿਕੁਆਇਰਮੈਂਟ ਵੀ ਬਣ ਜਾਂਦੀ ਹੈ ਬਿਕੋਜ਼ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਜੇ ਤੁਸੀਂ ਸਿਰਫ ਪੋਸਟ ਸੈਕੰਡਰੀ ਐਜੂਕੇਸ਼ਨ ਲਈ ਹੋਈ ਹੈ, ਤੁਹਾਨੂੰ ਕਿਸੇ ਕਿਸਮ ਦਾ ਕੋਈ ਡਾਇਰੈਕਟ ਐਕਸਪੀਰੀਅੰਸ ਨਹੀਂ ਹੈ, ਤੁਹਾਨੂੰ ਕਿਸੇ ਕਿਸਮ ਦੀ ਕੋਈ ਐਜੂਕੇਸ਼ਨ ਨਹੀਂ ਹੈ ਉਸ ਇੰਡਸਟਰੀ ਦੀ, ਤਾਂ ਫਿਰ ਤੁਹਾਡੀ ਐਪਲੀਕੇਸ਼ਨ ਨਾ ਮਨਜ਼ੂਰ ਦਾ ਹੋਣ ਦਾ ਚਾਂਸ ਬਹੁਤ ਵੱਧ ਜਾਂਦਾ। ਤੁਸੀਂ ਐਲੀਜੀਬਲ ਹੋਵੋਗੇ ਐਪਲੀਕੇਸ਼ਨ ਕਰਨ ਲਈ,
ਪਰ ਜਿਹੜੀ ਅਸੈਸਮੈਂਟ ਆ ਉਹਦੇ 'ਚ ਤੁਸੀਂ ਫੇਲ ਹੋ ਜਾਓਗੇ ਜੀ। ਇਹ ਦੋ ਬਿਲਕੁਲ ਵੱਖਰੀਆਂ ਚੀਜ਼ਾਂ ਨੇ, ਇਹਨੂੰ ਬਹੁਤ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ। ਅੱਛਾ ਮੈਨੂੰ ਇਹ ਦੱਸੋ, ਜੇਕਰ ਕੋਈ ਕੈਨੇਡਾ ਦੇ ਵਿੱਚ ਆਇਆ ਹੋਇਆ ਬੰਦਾ ਹੈ, ਇਨਸਾਨ ਹੈ, ਉਹ ਲੜਕਾ ਵੀ ਹੋ ਸਕਦਾ ਲੜਕੀ ਵੀ ਹੋ ਸਕਦੀ ਹੈ, ਉਹਦੇ ਵਾਸਤੇ ਤੇ ਜੇਕਰ ਕਿਸੇ ਨੇ ਆਊਟਸਾਈਡ ਕੈਨੇਡਾ ਐਪਲੀਕੇਸ਼ਨ ਕਰਨੀ ਹੈ, ਕੋਈ ਵੱਖੋ ਵੱਖਰੇ ਮਾਪਦੰਡ ਨੇ ਜਦੋਂ ਦੋਨਾਂ ਵਾਸਤੇ ਸੇਮ ਹੀ ਹੈ ਜੀ ਕ੍ਰਾਈਟੇਰੀਆ? ਨਹੀਂ ਭਾਈ ਜੀ, ਬਿਲਕੁਲ ਉਹਨਾਂ ਲਈ ਵੱਖਰੇ ਕ੍ਰਾਈਟੇਰੀਆ ਹੈਗੇ ਆ। ਜੇ ਕੈਨੇਡਾ ਤੋਂ ਬਾਹਰ ਤੁਸੀਂ ਅਪਲਾਈ ਕਰਦੇ ਹੋ, ਜਿਵੇਂ ਵਰਕ ਪਰਮਿਟ ਤੁਸੀਂ ਗੱਲ ਕਰ ਰਹੇ ਹੋ ਅਪਲਾਈ ਕਰਨਾ, ਨੈਣੀ ਦਾ ਜੇ ਨੈਣੀ ਦਾ ਅਪਲਾਈ ਕਰਨਾ ਤਾਂ ਬਿਲਕੁਲ ਨੈਣੀ ਦਾ ਜਿਹੜਾ ਵਰਕ ਪਰਮਿਟ ਹੈ ਬਾਈ ਜੀ, ਪਰਟੀਕੂਲਰਲੀ ਜਿਹੜਾ LMI ਐਗਜ਼ੈਂਪਟ ਵਰਕ ਪਰਮਿਟ ਹੈ, ਮੈਂ ਇੱਕ ਐਡੀਸ਼ਨ ਕਰਨਾ ਚਾਹੂੰਗਾ, ਜਿਹੜੀ ਨਵੀਂ ਹੈ ਕੈਟਾਗਰੀ ਹੈ, ਇਹਦੇ 'ਚ LMI ਦੀ ਰਿਕੁਆਇਰਮੈਂਟ ਨਹੀਂ ਹੈ, ਸਿਰਫ ਐਂਡ ਸਿਰਫ ਜੌਬ ਆਫਰ ਹੋਣੀ ਚਾਹੀਦੀ ਹੈ। ਕਿਸੇ ਸਰਵਿਸ ਕੈਨੇਡਾ ਆਫਿਸ ਤੋਂ ਤੁਸੀਂ ਉਹਦੀ ਅਪਰੂਵਲ ਨਹੀਂ ਲੈਣੀ। ਅੱਛਾ, ਸੋ ਨਾਓ ਜੇ ਕੋਈ ਨੈਣੀ ਫਰਜ਼ ਕੀਤਾ ਕੈਨੇਡਾ ਦੇ ਵਿੱਚ ਆਏ ਹੋਏ ਨੇ, ਐਜ਼ ਅ ਵਿਜ਼ਿਟਰ ਆਏ ਹੋਏ ਨੇ, ਉਹਨਾਂ ਨਰਸਿੰਗ ਕੀਤੀ ਹੋਇਆ, ਕੁਆਲੀਫਾਈ ਕਰਦੇ ਆ ਉਹ, ਬਿਲਕੁਲ ਜੀ, ਉਹਨਾਂ ਨੇ ਜੇ ਐਪਲੀਕੇਸ਼ਨ ਇਹ ਦਾਇਰ ਕਰਨੀ ਹੈ ਤਾਂ ਇਹ ਐਕਸਕਲੂਸਿਵਲੀ ਓਵਰਸੀਜ਼ ਵੀਜ਼ਾ ਪੋਸਟ ਲਈ ਐਪਲੀਕੇਸ਼ਨ ਬਣੀ ਹੋਈ ਹੈ। ਮੀਨਿੰਗ ਉਹਨਾਂ ਦੀ ਐਪਲੀਕੇਸ਼ਨ ਕਰੀ ਜਾ ਸਕਦੀ ਹੈ, ਬਟ ਉਹ ਐਪਲੀਕੇਸ਼ਨ ਜਿਹੜੀ ਹੈ ਡੈਸਟਿਨਡ ਆਫਿਸ ਜਿਹੜਾ ਹੋਏਗਾ ਉਹ ਬਾਹਰ ਹੋਏਗਾ ਕੈਨੇਡਾ ਤੋਂ, ਜਿਹੜੀ ਕਿ ਕੰਟਰੀ ਆਫ ਨੈਸ਼ਨੈਲਿਟੀ ਹੈ, ਜਾਂ ਉਹਨਾਂ ਦੀ ਕੰਟਰੀ ਆਫ ਹੈਬਿਚੁਅਲ ਰੈਜ਼ੀਡੈਂਸ ਹੈ, ਜਾਂ ਉਹਨਾਂ ਦੀ ਕੰਟਰੀ ਜਿੱਥੇ ਉਹਨਾਂ ਨੂੰ 1 ਸਾਲ ਦੀ ਐਡਮਿਟੈਂਸ ਮਿਲੀ ਹੋਈ ਹੈ, ਉੱਥੇ ਅਪਲਾਈ ਕਰ ਸਕਦੇ ਨੇ। ਨਾਓ ਇਹਦੇ 'ਚ ਇੱਕ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਵੀ ਜੇ ਤੁਸੀਂ ਸਿਮਿਲਰ ਪ੍ਰੋਗਰਾਮ ਦੇ ਵਿੱਚ ਐਪਲੀਕੇਸ਼ਨ ਵਿਦ ਇਨ ਕੈਨੇਡਾ ਦਾਇਰ ਕਰਨੀ ਹੈ ਤਾਂ ਫਿਰ ਤੁਸੀਂ ਜਾਂ ਤਾਂ LMIA ਲੈ ਕੇ ਆਓ, ਪਰ ਉਹ ਇਹ ਪ੍ਰੋਗਰਾਮ ਨਹੀਂ ਹੋਏਗਾ, ਉਹ ਇੱਕ ਸੈਪਰੇਟ ਪ੍ਰੋਗਰਾਮ ਹੋਏਗਾ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਐਗਜ਼ਿਸਟ ਕਰਦਾ ਹੈ। ਅੱਛਾ ਜੀ। ਸੋ ਜਾਂ ਫਿਰ ਜੇ ਤੁਸੀਂ LMI ਐਗਜ਼ੈਂਪਟ ਕੈਟਾਗਰੀ ਵਿੱਚ ਆਪਣੀ ਐਪਲੀਕੇਸ਼ਨ ਕਰਨੀ ਹੈ ਤਾਂ ਫਿਰ ਤੁਹਾਡੇ ਕੋਲ ਈਦਰ ਸਟੱਡੀ ਪਰਮਿਟ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲ ਵਰਕ ਪਰਮਿਟ ਹੋਣਾ ਚਾਹੀਦਾ। ਜੇ ਆਲਰੇਡੀ ਤੁਹਾਡੇ ਕੋਲ ਵਰਕ ਪਰਮਿਟ ਐਗਜ਼ਿਸਟ ਕਰਦਾ ਫਿਰ ਤੁਸੀਂ ਇਹ ਐਪਲੀਕੇਸ਼ਨ ਜਿਹੜੀ ਹੈ ਦਾਇਰ ਕਰ ਸਕਦੇ ਹੋ। ਬਟ ਇਹਦੇ 'ਚ ਇੱਕ ਚੀਜ਼ ਹੈਗੀ ਹੈ, ਜਿਹੜਾ ਦਾ ਪ੍ਰੋਸੈਸਿੰਗ ਡਿਲੇ ਬਹੁਤ ਜ਼ਿਆਦਾ ਹੈ, ਜਿਹੜਾ ਵਿਦ ਇਨ ਕੈਨੇਡਾ ਜੀ ਵਿਦ ਇਨ ਕੈਨੇਡਾ। ਸੋ ਸਾਡੇ ਵੱਲੋਂ ਜਿਹੜੀ ਰਿਕਮੈਂਡੇਸ਼ਨ ਹੈ, ਵਾਟ ਵੀ ਡੂ, ਅਸੀਂ ਇਹ ਕਹਿੰਦੇ ਹਾਂ ਵੀ ਜੇ ਤੁਹਾਨੂੰ ਕੋਈ ਇੰਪਲੋਇਰ ਹਾਇਰ ਕਰਨ ਨੂੰ ਤਿਆਰ ਹੈ ਤਾਂ ਤੁਸੀਂ ਐਪਲੀਕੇਸ਼ਨ ਆਪਣੀ ਵਿਦ LMIA ਫਾਈਲ ਕਰ ਦਿਓ। ਐਟ ਦ ਸੇਮ ਟਾਈਮ LMI ਐਗਜ਼ੈਂਪਟ ਕੈਟਾਗਰੀ 'ਚ ਆਪਣੀ ਪਰਮਾਨੈਂਟ ਜਿਹੜੀ ਮੈਂ ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਹੈ ਵਿਦ ਦ ਫੈਮਿਲੀ, ਉਹ ਤੁਸੀਂ ਪੈਰਲਲ ਅਪਲਾਈ ਕਰ ਦਿਓ, ਕਿਉਂਕਿ ਉਹਨੂੰ ਸਮਾਂ ਜਿਹੜਾ ਉਹ ਜ਼ਿਆਦਾ ਲੱਗਦਾ ਨਾ। ਜਦੋਂ ਐਪਲੀਕੇਸ਼ਨ ਤੁਹਾਡੀ ਖੁੱਲ੍ਹੇਗੀ ਆਫਟਰ 1 ਈਅਰ, ਤਾਂ ਫਿਰ ਜੇ ਤੁਸੀਂ ਆਲਰੇਡੀ ਕੈਨੇਡਾ ਦੇ ਵਿੱਚ ਵਿਦ ਦ ਸੇਮ ਇੰਪਲੋਇਰ ਕੰਮ ਕਰ ਰਹੇ ਹੋ ਤਾਂ ਤੁਹਾਡੀ ਜਿਹੜੀ ਚਾਂਸਿਸ ਨੇ ਉਹ ਬਹੁਤ ਇਨਹੈਂਸ ਹੋ ਜਾਂਦੇ ਨੇ ਅਪਰੂਵਲ ਲੈਣ ਦੇ ਲਈ। ਅਦਰਵਾਈਜ਼ ਇਹ ਹੋ ਸਕਦਾ ਵੀ ਤੁਹਾਡੀ ਐਪਲੀਕੇਸ਼ਨ 1 ਸਾਲ ਬਾਅਦ ਟਰਨ ਡਾਊਨ ਕਰ ਦਿੱਤੀ ਜਾਵੇ ਔਰ ਹੋ ਸਕਦਾ ਤੁਹਾਨੂੰ ਕੈਨੇਡਾ ਛੱਡ ਕੇ ਫਿਰ ਵਾਪਸ ਜਾਣਾ ਪਵੇ। ਅੱਛਾ, ਹੁਣ ਇਹਦੇ 'ਚ ਇੱਕ ਦੋ ਸਵਾਲ ਪੈਦਾ ਹੋ ਗਏ ਕਿ ਬੰਦਾ ਕੈਨੇਡਾ 'ਚ ਆਇਆ ਹੋਇਆ ਸੀ, ਉਹਨੇ LMIA ਵੀ ਲੈ ਲਿਆ, ਉਹ ਅਪਰੂਵ ਵੀ ਹੋ ਗਿਆ, ਸਭ ਕੁਝ ਉਹਨੂੰ ਜੌਬ ਵੀ ਮਿਲ ਗਈ ਹੈ, ਪਰ ਉਹਦੇ ਬੱਚੇ, ਉਹਦਾ ਹਸਬੈਂਡ ਜਾਂ ਉਹਦੀ ਵਾਈਫ ਉਹ ਇੰਡੀਆ ਵਿੱਚ ਨੇ, ਕੀ ਉਹ ਸਾਲ ਬਾਅਦ ਆਪਣੇ ਪਰਿਵਾਰ ਦੀ ਐਪਲੀਕੇਸ਼ਨ ਲਾ ਸਕਦਾ ਜੀ? ਜਿਹੜੀ ਐਪਲੀਕੇਸ਼ਨ ਵਿਦ ਇਨ ਕੈਨੇਡਾ, ਬਿਲਕੁਲ, ਜਿਹੜੀ ਐਪਲੀਕੇਸ਼ਨ ਉਹ ਲਾਉਣਗੇ LMI ਐਗਜ਼ੈਂਪਟ ਕੈਟਾਗਰੀ ਦੇ ਵਿੱਚ ਨੈਣੀ ਦੀ, ਜਿਹੜਾ ਨਵੇਂ ਪ੍ਰੋਗਰਾਮ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਐਪਲੀਕੇਸ਼ਨ ਬਿਲਕੁਲ ਲਾ ਸਕਦੇ ਨੇ, ਇਨਕਲੂਡ ਕਰ ਸਕਦੇ ਨੇ ਆਪਣੀ ਫੈਮਿਲੀ ਨੂੰ। ਅੱਛਾ, ਨਾਓ ਜਿਹੜੀ ਉਹਨਾਂ ਦੀ ਐਪਲੀਕੇਸ਼ਨ, ਜੇ ਉਹਨਾਂ ਨੇ ਇੱਥੇ ਆਲਰੇਡੀ LMIA ਲੈ ਕੇ ਵਰਕ ਪਰਮਿਟ ਲਿਆ ਹੋਇਆ ਔਰ ਜੇ ਨੈਣੀ ਦੀ ਉਹਨਾਂ ਨੇ ਵਰਕ ਪਰਮਿਟ ਲਿਆ ਹੋਇਆ, ਤਾਂ ਫਿਰ ਉਹਨਾਂ ਦੇ ਹਸਬੈਂਡ ਤੇ ਬੱਚੇ ਨੂੰ ਸਿਰਫ ਵਿਜ਼ਿਟਰ ਰੈਕਟ ਤੇ ਕੈਨੇਡਾ ਬੁਲਾਇਆ ਜਾ ਸਕਦਾ। ਅੱਛਾ, ਵਰਕ ਪਰਮਿਟ ਤੇ ਨਹੀਂ ਬੁਲਾਇਆ ਜਾ ਸਕਦਾ। ਉਸ ਪ੍ਰੋਗਰਾਮ ਦੇ ਵਿੱਚ ਹਸਬੈਂਡ ਜਾਂ ਬੱਚੇ ਨੂੰ ਸਟੱਡੀ ਜਾਂ ਵਰਕ ਪਰਮਿਟ ਨਹੀਂ ਮਿਲਦਾ ਜੀ। ਪਰ ਕਾਫੀ ਚਾਂਸਸ ਗੋਲਡਨ ਹੁੰਦੇ ਆ ਜੀ ਹਸਬੈਂਡ ਨੂੰ ਜਾਂ ਵਾਈਫ ਨੂੰ ਵੀਜ਼ੇ ਦੇ, ਵਿਜ਼ਟਰ ਵੀਜ਼ੇ ਦੇ। ਇਹਦੇ 'ਚ ਭਾਈ ਜੀ ਇੱਕ ਪ੍ਰੋਬਲਮ ਹੈਗੀ ਹੈ, ਕਿਉਂਕਿ ਤੁਹਾਡੀਆਂ ਟਾਈਜ਼ ਡਿਪੈਂਡ ਕਰਦਾ ਵੀ ਕਿੰਨੀਆਂ ਕੁ ਸਟਰੋਂਗ ਰਹਿੰਦੀਆਂ ਨੇ। ਅੱਛਾ, ਤੁਹਾਡੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਹੈ, ਤੁਹਾਡੇ ਸਪੈਸ਼ਲੀ ਵਾਈਫ ਜਿਹੜੇ ਨੇ ਉਹ ਲੋ ਸਕਿੱਲ 'ਤੇ ਕੰਮ ਕਰਦੇ ਨੇ ਕੈਨੇਡਾ, ਉਹਨਾਂ ਕੋਲ ਸਫੀਸ਼ੀਐਂਟ ਫਾਈਨੈਂਸ਼ੀਅਲ ਐਬਿਲਿਟੀ ਨਹੀਂ ਹੈ ਤੁਹਾਨੂੰ ਸਾਂਭਣ ਦੇ ਲਈ, ਤਾਂ ਸਾਰਾ ਭਾਰ ਤੁਹਾਡੇ ਤੇ ਆ ਜਾਂਦਾ। ਜਿਹੜਾ ਫੋਰਨ ਨੈਸ਼ਨਲ ਹੈ ਤਾਂ ਫੋਰਨ ਨੈਸ਼ਨਲ ਨੂੰ ਫਾਈਨੈਂਸ਼ੀਅਲ ਐਬਿਲਿਟੀ ਦਿਖਾਉਣੀ ਪੈਂਦੀ ਹੈ। ਸੈਕਿੰਡ, ਉਹਨਾਂ ਨੂੰ ਦਿਖਾਉਣਾ ਪੈਂਦਾ ਵੀ ਉਹਨਾਂ ਦੇ ਕੋਈ ਔਨ ਗੋਇੰਗ ਬਿਜ਼ਨਸ ਐਕਟੀਵਿਟੀ ਹੋ ਰਹੀ ਹੈ ਜਿਹਦੇ ਵਿੱਚ ਉਹ ਇਨਵੋਲਵਡ ਨੇ, ਚਾਹੇ ਉਹ ਜੌਬ ਕਰਦੇ ਨੇ, ਇੰਪਲੋਇਡ ਨੇ, ਔਰ ਚਾਹੇ ਉਹ ਕਿਸੇ ਕਿਸਮ ਦੇ ਸੈਲਫ ਇੰਪਲੋਇਡ ਜਾਂ ਬਿਜ਼ਨਸ ਕਰਦੇ ਆ। ਜੇ ਉਹ ਐਕਟੀਵਿਟੀ ਨਹੀਂ ਹੋ ਰਹੀ ਸੋ ਇਟ ਮੀਨਸ ਬਹੁਤ ਸਟਰੋਂਗ ਚਾਂਸ ਹੈ ਵੀ ਇੰਡੀਵਿਜੂਅਲ ਕੈਨੇਡਾ ਤੋਂ ਵਾਪਸ ਨਹੀਂ ਜਾਏਗਾ। ਅੱਛਾ, ਮੈਨੂੰ ਇਹਦੇ 'ਚ ਇੱਕ ਚੀਜ਼ ਦੀ ਹੈਰਾਨੀ ਹੁੰਦੀ ਹੈ, ਮੰਨ ਲਓ ਹੁਣ ਆਪਾਂ ਜਿਸ ਕੈਟਾਗਰੀ ਦੀ ਗੱਲ ਕਰ ਰਹੇ ਹਾਂ, ਤੁਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਦੇ ਰਹੇ ਹੋ ਕਿ 2 ਸਾਲਾਂ ਬਾਅਦ ਉਹਨੇ PR ਦੀ ਫਾਈਲ ਲਾ ਦੇਣੀ ਹੈ, ਇਵੈਂਚੁਅਲੀ ਉਹਨੇ PR ਹੋ ਵੀ ਜਾਣਾ ਹੈ ਤੇ ਫਿਰ ਉਹਨੇ ਫੈਮਿਲੀ ਵੀ ਸੱਦ ਲੈਣੀ ਜੀ। ਜਿਸ ਬੰਦੇ ਨੇ ਜਾਂ ਲੜਕੇ ਨੇ ਜਾਂ ਲੜਕੀ ਨੇ ਇੱਥੇ PR ਹੋ ਕੇ ਫਿਰ ਵੀ ਉਹਨੇ ਸੱਦਣਾ ਹੀ ਹੈ, ਫਿਰ ਇਸ ਤਰ੍ਹਾਂ ਦਾ ਸਵਾਲ ਜਾਂ ਸ਼ੰਕਾ ਕਿਉਂ ਕੀਤਾ ਜਾਂਦਾ ਕਿ ਉਹਦੇ ਹਸਬੈਂਡ ਨੇ ਜਾਂ ਵਾਈਫ ਨੇ ਵਾਪਸ ਨਹੀਂ ਜਾਣਾ? ਭਾਵੇਂ ਸਾਲ ਬਾਅਦ ਸੱਦੇ, 2 ਸਾਲ ਬਾਅਦ ਸੱਦੇ, ਇਵੈਂਚੁਅਲੀ ਤਾਂ ਉਹਨਾਂ ਨੇ ਉਹਨੂੰ ਸੱਦਣੀ ਐਜ PR ਹੀ ਆਉਣਾ ਜੀ ਉਹਨਾਂ ਨੇ ਫਿਰ। ਜੀ ਨਾ, ਇਹਦੇ 'ਚ ਭਾਈ ਜੀ ਇਹ ਹੁੰਦਾ ਵੀ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ
ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਵੀ ਕਿਸ ਇੰਟੈਂਟ ਨਾਲ ਐਪਲੀਕੇਸ਼ਨ ਅਪਲਾਈ ਹੋਈ ਹੈ। ਸੋ ਜੇ ਤੁਹਾਡੇ ਸਪਾਊਸ ਕੈਨੇਡਾ ਦੇ ਵਿੱਚ ਲੋ ਸਕਿੱਲ ਪਰਮਿਟ ਤੇ ਨੇ ਤਾਂ ਇਟ ਮੀਨਸ ਹਸਬੈਂਡ ਨੂੰ ਇੱਥੇ ਵਰਕ ਪਰਮਿਟ ਨਹੀਂ ਮਿਲਣਾ ਹੈਗਾ, ਅਦਰਵਾਈਜ਼ ਤਾਂ ਸਿੱਧੀ ਐਪਲੀਕੇਸ਼ਨ ਵਰਕ ਪਰਮਿਟ ਦੀ ਦਾਇਰ ਕਰਕੇ ਕੈਨੇਡਾ ਆ ਸਕਦੇ ਆ। ਨਾਓ ਜੇ ਉਹ ਡਿਊਲ ਇੰਟੈਂਟ ਨਾਲ ਕੋਈ ਕੈਨੇਡਾ ਦਾਖਲ ਹੋ ਰਿਹਾ ਤਾਂ ਫਿਰ ਕੋਰਟ ਦਾ ਆਲਰੇਡੀ ਜਿਹੜੀਆਂ ਇਨਸਟਰਕਸ਼ਨਸ ਹੈਗੀਆਂ ਆਫਿਸਰ ਹਰੇਕ ਵੀਜ਼ਾ ਪੋਸਟ ਦੇ ਉੱਤੇ ਵੀ ਜਿਹੜਾ ਆਪਾਂ ਟੈਸਟ ਕਹਿ ਰਹੇ ਹਾਂ ਵੀ ਵੀਜ਼ਾ ਆਫਿਸਰ ਤੁਹਾਡੇ ਤੇ ਟੈਸਟ ਅਪਲਾਈ ਕਰਦਾ ਵੀ ਕੀ ਇਹ ਇੰਡੀਵਿਜੂਅਲ ਕੈਨੇਡਾ ਛੱਡ ਕੇ ਵਾਪਸ ਜਾਊਗਾ ਕਿ ਨਹੀਂ, ਫਿਰ ਉਹਨੂੰ ਉਹਨਾਂ ਰਿਜਿਡਲੀ ਅਪਲਾਈ ਨਹੀਂ ਕੀਤਾ ਜਾਂਦਾ, ਉਹਨੂੰ ਦੇਖਿਆ ਜ਼ਰੂਰ ਜਾਂਦਾ, ਓਬਜ਼ਰਵ ਕੀਤਾ ਜਾਂਦਾ, ਉਹਦਾ ਰਿਜਿਡਲੀ ਅਪਲਾਈ ਨਹੀਂ ਕੀਤਾ ਜਾਂਦਾ ਹੈਗਾ। ਸੋ ਤਾਂ ਕਰਕੇ ਜਿਹੜਾ ਰਿਫਿਊਜ਼ਲ ਦਾ ਰੇਟ ਆ ਬਹੁਤ ਘਟ ਜਾਂਦਾ। ਸੋ ਜਦੋਂ ਵੀ ਤੁਸੀਂ ਕੋਈ ਸਲਾਹ ਲੈਂਦੇ ਹੋ ਇਹ ਦੇਖਿਆ ਕਰੋ ਵੀ ਤੁਹਾਡੇ ਚਾਂਸਸ ਕੀ ਨੇ, ਨਾਟ ਵੀ ਤੁਸੀਂ ਇੱਕ ਗਾਰੰਟੀ ਕੋਈ ਤੁਹਾਨੂੰ ਆਫਰ ਕਰਦੇ ਜਾਂ ਤੁਸੀਂ ਐਕਸਪੈਕਟ ਕਰੋ ਵੀ ਮੈਨੂੰ ਗਾਰੰਟੀ ਕਰੋ ਮੇਰੇ ਹਸਬੈਂਡ ਜਾਂ ਵਾਈਫ ਕੈਨੇਡਾ ਆ ਜਾਣਗੇ, ਉਹ ਗਾਰੰਟੀ ਨਹੀਂ ਐਗਜ਼ਿਸਟ ਕਰਦੀ। ਤੁਹਾਡੇ ਚਾਂਸਸ ਕੀ ਹੋਣਗੇ ਵੀ ਜੇ ਤੁਸੀਂ ਐਪਲੀਕੇਸ਼ਨ ਕਰਦੇ ਹੋ ਤਾਂ ਕੀ ਤੁਹਾਡੇ ਲਈ ਬੈਟਰ ਜਿਹੜੀ ਆਪਸ਼ਨ ਹੋਏਗੀ ਵੀ ਚਾਹੇ ਤੁਸੀਂ ਸਪਾਊਸ ਨੂੰ ਪਹਿਲਾਂ ਲੈ ਕੇ ਆਓ, ਲੋ ਸਕਿੱਲ ਤੇ ਕੰਮ ਕਰ ਰਹੇ ਨੇ, ਕੀ ਹਸਬੈਂਡ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਮੈਜੋਰਟੀ ਆਫ ਜਿਹੜੀ ਕੰਸਲਟੇਸ਼ਨ ਹੈ ਬਈ ਜੀ ਉਹ ਕੰਪੀਟੈਂਟ ਐਡਵਾਈਸ ਤੇ ਡਿਪੈਂਡ ਕਰਦੀ ਹੈ। ਜੇ ਤੁਹਾਡਾ ਕੇਸ ਰਹਿ ਜਾਂਦਾ ਤਾਂ ਪਲੀਜ਼ ਅਪੀਲ ਇੱਕ ਬਹੁਤ ਵਧੀਆ ਚੈਨਲ ਹੈ ਜਿਹੜਾ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਮੈਜੋਰਟੀ ਆਫ ਕੇਸ ਮੈਂ ਦੇਖਦਾ ਵੀ ਕਿਉਂਕਿ 60 ਦਿਨ ਦਾ ਤੁਹਾਡੇ ਕੋਲ ਸਮਾਂ ਹੁੰਦਾ, ਜਦੋਂ ਵੀਜ਼ਾ ਆਫਿਸਰ ਤੁਹਾਡਾ ਡਿਸੀਜਨ ਦਿੰਦਾ ਤੁਹਾਡੇ ਤੇ ਰਿਫਿਊਜ਼ ਕਰਦਾ, ਇੱਕ ਉਹਦੇ ਬੜੀ ਇੱਕ ਲਾਈਨ ਲਿਖੀ ਹੁੰਦੀ ਹੈ ਥੱਲੇ ਜਿਹੜੀ ਕਿ ਆਬਜੈਕਸ਼ਨੇਬਲ ਵੀ ਹੈ ਵੀ ਕਿਉਂਕਿ ਕਲਾਇੰਟ ਨੂੰ ਡਾਇਰੈਕਸ਼ਨ ਗਲਤ ਮਿਲਦੀ ਹੈ। ਉਹਦੇ ਤੇ ਲਿਖਿਆ ਹੁੰਦਾ ਵੀ ਤੁਹਾਡੀ ਐਪਲੀਕੇਸ਼ਨ ਅਸੀਂ ਬੰਦ ਕਰਤੀ, ਜੇ ਤੁਸੀਂ ਫਰਦਰ ਅਪਲਾਈ ਕਰਨਾ ਚਾਹੁੰਦੇ ਤਾਂ ਰੀਸਬਮਿਟ ਕਰੋ ਐਪਲੀਕੇਸ਼ਨ, ਪਰ ਇੱਕ ਲਾਈਨ ਹੋਰ ਐਡ ਨਹੀਂ ਕਰਦੇ ਵੀ ਤੁਸੀਂ ਅਪੀਲ ਵੀ ਕਰ ਸਕਦੇ ਹੋ, ਕਿਉਂਕਿ ਬਹੁਤ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਆਪਣੇ ਅਪੀਲ ਦੇ ਰਾਈਟ ਹੀ ਨਹੀਂ ਪਤਾ। ਅੱਛਾ, ਉੱਥੇ ਸੁਣਦੇ ਨੇ ਵੀ ਆਪਣੀ ਤਾਂ ਬੰਦ ਕਰਤੀ ਐਪਲੀਕੇਸ਼ਨ, ਦੁਬਾਰਾ ਅਪਲਾਈ ਕਰਨਾ ਪਊ। ਯੈਸ, ਔਰ ਇਹ ਮੈਜੋਰਟੀ ਆਫ ਰਿਫਿਊਜ਼ਲ ਤੇ ਲਿਖਿਆ ਹੋਇਆ, ਔਰ ਇਹ ਅਪੀਲ ਦੇ ਵਿੱਚ ਵੀ ਸਾਡੇ ਵੱਲੋਂ ਪਲੀ ਯੂਜ਼ ਕੀਤੀ ਜਾਂਦੀ ਹੈ। ਹੁਣ ਕਈ ਦਫਾ ਕੀ ਹੁੰਦਾ 60 ਦਿਨ ਦਾ ਸਮਾਂ ਨਿਕਲ ਜਾਂਦਾ ਤਾਂ ਫਿਰ ਉਸ ਸਮੇਂ ਤੁਸੀਂ ਇਹ ਪਲੀ ਲੈ ਸਕਦੇ ਹੋ ਵੀ ਇਹ ਡਾਇਰੈਕਸ਼ਨ ਜਿਹੜੀ ਹੈ ਸਹੀ ਨਹੀਂ ਮਿਲੀ ਸੀ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ, ਕਲਾਇੰਟ ਨੂੰ ਦੱਸਿਆ ਨਹੀਂ ਗਿਆ ਸੀ ਵੀ ਤੂੰ ਅਪੀਲ ਵੀ ਕਰ ਸਕਦਾ, ਇੱਕ ਆਪਸ਼ਨ ਦਿੱਤੀ ਹੋਣੀ ਚਾਹੀਦੀ ਹੈ। ਕਈ ਵੀਜ਼ਾ ਪੋਸਟ ਤੇ ਮੈਂ ਜ਼ਰੂਰ ਦੇਖਿਆ ਵੀ ਲਿਖ ਦਿੰਦੇ ਨੇ ਉਹ ਵੀ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋ ਗਈ ਤੇ ਤੁਹਾਡੇ ਕੋਲ 30 ਡੇਜ਼ ਤੁਸੀਂ ਆਪਣੀ ਅਪੀਲ ਫਾਈਲ ਕਰੋ। ਸਪਾਊਸਲ ਐਪਲੀਕੇਸ਼ਨ ਉਹ ਤਾਂ ਓਬਵੀਅਸਲੀ ਮੈਂਸ਼ਨ ਕੀਤਾ ਹੁੰਦਾ ਸਪਾਂਸਰਸ਼ਿਪ ਰਾਈਟ ਦੇ ਉੱਤੇ, ਤੁਹਾਡਾ ਸਪਾਂਸਰਸ਼ਿਪ ਰਾਈਟ ਹੈ ਜਿਹਦੇ 'ਚ ਜੇ ਤੁਹਾਡਾ ਉਹ ਰਾਈਟ ਪ੍ਰੋਟੈਕਟਡ ਨਹੀਂ ਹੈ ਤਾਂ ਤੁਹਾਨੂੰ ਦੱਸਦੇ ਨੇ ਵੀ 63(1) ਦੇ ਅੰਦਰ ਤੁਹਾਡੇ ਕੋਲ ਅਪੀਲ ਰਾਈਟ ਹੈ, ਤੁਸੀਂ ਅਪੀਲ ਫਾਈਲ ਕਰ ਦਿਓ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਔਰ ਤੁਹਾਨੂੰ 30 ਦਿਨ ਦਾ ਸਮਾਂ ਮਿਲੇਗਾ। ਬਟ ਜਿਹੜੀ ਆਪਾਂ ਰਿਫਿਊਜ਼ਲ ਦੀ ਗੱਲ ਕਰ ਰਹੇ ਹਾਂ, ਵਿਜ਼ਿਟਰ ਰਿਫਿਊਜ਼ਲ ਹੋ ਗਏ ਜਾਂ ਵਰਕ ਪਰਮਿਟ ਰਿਫਿਊਜ਼ਲ ਹੋ ਗਏ, ਬਹੁਤ ਸਾਰੇ ਵਿਅਕਤੀ ਇਹ ਸੋਚ ਲੈਂਦੇ ਨੇ ਵੀ ਵੀਜ਼ਾ ਆਫਿਸਰ ਦਾ ਡਿਸੀਜਨ ਫੁੱਲ ਐਂਡ ਫਾਈਨਲ ਹੈ, ਇਹ ਤੋਂ ਬਾਅਦ ਉਹਨਾਂ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਤੇ ਕੋਈ ਨਾ ਕੋਈ ਜਿਹੜੀ ਗਲਤੀ ਐਪਲੀਕੇਸ਼ਨ 'ਚ ਹੋਈ ਹੈ ਜਿਹਦੇ ਕਰਕੇ ਉਹਨਾਂ ਦਾ ਕੇਸ ਰਿਫਿਊਜ਼ ਹੋਇਆ। ਜਦ ਕਿ ਬਹੁਤ ਇਹੋ ਜਿਹੇ ਕੇਸਿਸ ਨੇ ਜਿਹਦੇ ਵੀਜ਼ਾ ਆਫਿਸਰ ਜਿਹੜੀ ਰਿਫਿਊਜ਼ਲ ਜੇ ਤੁਸੀਂ ਪੜ੍ਹੋ ਗਰਾਊਂਡ ਪੜ੍ਹੋ ਤਾਂ ਉਹ ਗਰਾਊਂਡ ਤਾਂ ਬਣਦੀ ਨਹੀਂ ਹੁੰਦਾ। ਕਈ ਦਫਾ ਇਹ ਲਿਖਿਆ ਹੁੰਦਾ ਵੀ ਤੁਹਾਨੂੰ ਕੰਮ ਦੀ ਨੌਲੇਜ ਨਹੀਂ। ਹੁਣ ਬੰਦੇ ਨੇ ਜਿਹੜਾ ਐਪਲੀਕੇਸ਼ਨ ਅਪਲਾਈ ਕੀਤੀ ਹੈ ਉਹ LMI ਤੇ ਲਿਖਿਆ ਹੋਇਆ ਵੀ ਕੰਮ ਦੀ ਐਕਸਪੀਰੀਅੰਸ ਸਾਨੂੰ ਚਾਹੀਦਾ ਨਹੀਂ ਹੈ। ਫੋਰ ਐਗਜ਼ਾਮਪਲ ਕੋਈ ਫਾਰਮ ਵਰਕਰ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ, ਉਹਨੂੰ ਕਿਹਾ ਜਾਂਦਾ ਵੀ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਜਿੰਨੀ ਰਿਕੁਆਇਰਡ ਹੈ ਜੌਬ ਲਈ ਉਹ ਤੁਹਾਡੀ ਸਫੀਸ਼ੀਐਂਟ ਨਹੀਂ ਹੈ, ਜਾਂ ਲਿਖਿਆ ਹੁੰਦਾ ਵੀ ਜਿਹੜੀ ਇਹਦੀ ਤੁਹਾਡੀ ਵਰਕ ਦਾ ਐਕਸਪੀਰੀਅੰਸ ਹੈ ਉਹ ਰੈਲੇਵੈਂਟ ਨਹੀਂ ਹੈ, ਜਦ ਕਿ ਉਹਦੇ 'ਚ ਐਜੂਕੇਸ਼ਨ ਜਾਂ ਲੈਂਗੁਏਜ ਜਾਂ ਤੁਹਾਡਾ ਐਕਸਪੀਰੀਅੰਸ ਉਸ ਕੁਛ ਚਾਹੀਦਾ ਹੀ ਨਹੀਂ ਹੁੰਦਾ ਉਹ ਐਪਲੀਕੇਸ਼ਨ ਤੋਂ। ਉਹ ਜਿਹੜੇ ਡਿਸੀਜਨਸ ਨੇ ਉਹ ਫੇਅਰ ਡਿਸੀਜਨਸ ਨਹੀਂ ਹੈ, ਮੀਨਿੰਗ ਤੁਹਾਡੀ ਐਪਲੀਕੇਸ਼ਨ ਨੂੰ ਪੜ੍ਹ ਕੇ ਵੀ ਨਹੀਂ ਦੇਖਿਆ ਗਿਆ ਤਾਂ ਪਹਿਲਾਂ ਹੀ ਰਿਫਿਊਜ਼ ਕਰਤਾ। ਸੋ ਇਹ ਡਿਸੀਜਨ ਨੂੰ ਤੁਹਾਨੂੰ ਚੈਲੰਜ ਕਰਨਾ ਚਾਹੀਦਾ ਕੋਰਟ ਦੇ ਵਿੱਚ। ਉਹਦੇ ਨਾਲ ਕੀ ਹੈਗਾ ਕਿ ਤੁਹਾਨੂੰ ਫੇਅਰ ਪ੍ਰੋਸੀਡਿੰਗ ਜਾਂ ਪ੍ਰੋਸੈਸ ਦੇ ਥਰੂ ਤੁਹਾਨੂੰ ਜਾਣਾ ਪਏਗਾ, ਕਿਉਂਕਿ ਤੁਸੀਂ ਕੋਰਟ ਦੇ ਵਿੱਚ ਚੈਲੰਜ ਹੀ ਨਹੀਂ ਕਰਦੇ ਡਿਸੀਜਨ, ਚੁੱਪ ਕਰਕੇ ਬਹਿ ਗਏ ਉਹ ਬਿਲਕੁਲ ਉਹ ਤੁਹਾਡੇ ਫਿਰ ਫੁੱਲ ਐਂਡ ਫਾਈਨਲ ਡਿਸੀਜਨ ਹੁੰਦੇ ਨੇ। ਵੀਜ਼ਾ ਆਫਿਸਰ ਰਿਫਿਊਜ਼ ਕਰਕੇ ਐਕਸਪੈਕਟ ਕਰਦਾ ਵੀ ਹੋ ਸਕਦਾ ਤੁਸੀਂ ਨਵੀਂ ਐਪਲੀਕੇਸ਼ਨ ਕਰੋਗੇ ਜਾਂ ਫਿਰ ਤੁਸੀਂ ਐਪਲੀਕੇਸ਼ਨ ਕਰਨਾ ਹੀ ਨਹੀਂ ਚਾਹੋਗੇ ਤੋਂ ਬਾਅਦ। ਅੱਛਾ, ਹੁਣ ਜਿਸ ਤਰ੍ਹਾਂ ਆਪਾਂ ਵੇਖ ਰਹੇ ਹਾਂ ਕਿ ਕੈਨੇਡਾ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੇ ਲੋਕ ਇੱਥੇ ਹੀ ਨੇ, ਆਪਾਂ ਇਸ ਤੋਂ ਸ਼ੁਰੂਆਤ ਕੀਤੀ ਹੈ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਦਿੱਤੀ ਜਾਵੇ। ਜਿਸ ਕੈਟਾਗਰੀ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਇਸ ਵਕਤ ਵਰਕ ਪਰਮਿਟ ਤੇ ਜਾਂ ਕਿਸੇ ਵੀ ਵਰਕ ਪਰਮਿਟ ਤੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਇੱਥੋਂ ਕੰਮ ਮਿਲ ਨਹੀਂ ਰਹੇ, ਕੀ ਕਿਸੇ ਵੀ ਵਰਕ ਪਰਮਿਟ ਵਾਸਤੇ ਬਾਹਰੋਂ ਖਾਸ ਕਰਕੇ ਪੰਜਾਬ ਤੋਂ ਇੰਡੀਆ ਤੋਂ ਅਪਲਾਈ ਕੀਤਾ ਜਾ ਸਕਦਾ ਜੀ? ਸਿੱਧੇ ਤੌਰ ਤੇ ਨਹੀਂ ਬਾਈ ਜੀ, ਇਹ ਕੈਟਾਗਰੀ ਐਕਸਕਲੂਸਿਵਲੀ ਉਹਨਾਂ ਲਈ ਹੈ ਜਿਹੜੇ ਬੰਦੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਔਰ ਜਿਹਨੂੰ ਕਿ 1 ਸਾਲ ਦਾ ਤਜਰਬਾ ਹੈ। ਉਹਦੀ ਮੈਂ ਗੱਲ ਕਰ ਰਿਹਾ, ਜੇ ਇਸ ਵਕਤ ਕਿਸੇ ਨੇ ਵਰਕ ਪਰਮਿਟ ਤੇ ਕਿਸੇ ਨੂੰ ਸੱਦਣਾ, ਇੱਥੋਂ ਨੂੰ ਕਾਮੇ ਨਹੀਂ ਮਿਲ ਰਹੇ, ਯੋਗ ਕਾਮੇ ਜਿਹੇ ਜੋ ਉਹਦੇ ਕੰਮ ਵਾਸਤੇ ਚਾਹੀਦੇ ਨੇ, ਕੀ ਆਊਟਸਾਈਡ ਕੈਨੇਡਾ ਤੋਂ ਕਾਮੇ ਸੱਦੇ ਜਾ ਸਕਦੇ ਆ? ਬਿਲਕੁਲ ਬਾਈ ਜੀ, ਉਹ ਪ੍ਰੋਸੈਸ ਹਾਲੇ ਵੀ ਐਗਜ਼ਿਸਟ ਕਰਦਾ। ਇਹਦੇ 'ਚ ਜਿਹੜਾ ਚੇਂਜ ਆਉਂਦਾ ਹੈਗਾ ਉਹ ਬਾਏ ਡਿਫਾਲਟ ਹੀ ਚੇਂਜ ਆਉਂਦਾ, ਉਹਦੇ 'ਚ ਕੋਈ ਪੋਲਿਸੀ ਚੇਂਜ ਨਹੀਂ ਆਉਂਦਾ ਹੈਗਾ। ਉਹਦੇ ਵਿੱਚ ਜੇ 6% ਤੋਂ ਜ਼ਿਆਦਾ ਅਨਐਮਪਲੋਇਮੈਂਟ ਵੱਧ ਜਾਂਦੀ ਹੈ ਕਿਸੇ ਪਰਟੀਕੂਲਰ ਰੀਜਨ ਦੇ ਵਿੱਚ ਤਾਂ ਉਹਦੀ ਐਪਲੀਕੇਸ਼ਨ ਦੀ ਅਸੈਸਮੈਂਟ ਬਦਲ ਜਾਂਦੀ ਹੈ। ਤਾਂ ਜੇ ਤੁਹਾਡੀ ਜਿਹੜੀ ਅਨਐਮਪਲੋਇਮੈਂਟ ਹੈ 6% ਤੋਂ ਘੱਟ ਹੈ
ਤਾਂ ਫਿਰ ਉਹਦੀ ਅਸੈਸਮੈਂਟ ਜਿਹੜੀ ਉਹ ਡਿਫਰੈਂਟ ਤਰੀਕੇ ਨਾਲ ਕੀਤੀ ਜਾਂਦੀ ਹੈ, ਥੋੜੀ ਹੋਰ ਈਜ਼ੀ ਹੋ ਜਾਂਦੀ ਹੈ ਜਦੋਂ ਤੁਸੀਂ ਸਪਾਂਸਰਸ਼ਿਪ ਕਰਦੇ ਹੋ। ਇਸ ਤੋਂ ਇਲਾਵਾ ਜਿਹੜੇ ਹਾਈ ਸਕਿੱਲ ਪੋਜੀਸ਼ਨਸ ਨੇ ਉਹਨਾਂ ਵਿੱਚ ਥੋੜੀ ਇੱਕ ਟ੍ਰਾਂਜੀਸ਼ਨ ਪਲਾਨ ਦਿੱਤੀ ਹੁੰਦੀ ਹੈ ਵੀ ਤੁਸੀਂ ਫਿਊਚਰ ਦੇ ਵਿੱਚ ਇਸ ਪਾਰਟਿਕੂਲਰ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਤੇ ਰਿਲਾਈ ਕਰਨਾ ਕਿਵੇਂ ਬੰਦ ਕਰੋਗੇ। ਸੋ ਜਿੰਨੀਆਂ ਤੁਸੀਂ ਐਪਲੀਕੇਸ਼ਨ ਸਬਸੀਕੁਐਂਟ ਫਾਈਲ ਕਰਦੇ ਰਹਿੰਦੇ ਹੋ ਤਾਂ ਉਨੀਆਂ ਤੁਸੀਂ ਕਮਿਟਮੈਂਟਸ ਆਪਣੀਆਂ ਵਧਾਉਂਦੇ ਜਾਂਦੇ ਹੋ। ਸੋ ਹੋ ਸਕਦਾ ਜਾਂ ਤੀਜੀ ਜਾਂ ਚੌਥੀ ਵਾਰ ਜਾ ਕੇ ਤੁਹਾਨੂੰ ਐਪਲੀਕੇਸ਼ਨ 'ਚ ਮਨਜ਼ੂਰੀ ਲੈਣੀ ਉਨੀ ਡਿਫਿਕਲਟ ਹੋ ਜਾਏ ਐਜ਼ ਕੰਪੇਅਰ ਟੂ ਕੋਈ ਫਰੈਸ਼ ਐਪਲੀਕੇਸ਼ਨ ਜਾ ਰਹੀ ਹੈ। ਸੋ ਇਹ ਡਿਪੈਂਡ ਕਰਦਾ ਵੀ ਜੀ, ਪਰ ਉਹ ਐਪਲੀਕੇਸ਼ਨ ਤਾਂ ਅੱਜ ਵੀ ਖੁੱਲੀ ਹੈ, ਅੱਜ ਵੀ ਜੇ ਤੁਸੀਂ ਸਪਾਂਸਰ ਕਰਕੇ ਬੁਲਾਉਣਾ ਚਾਹੁੰਦੇ ਹੋ ਤਾਂ ਬੁਲਾ ਸਕਦੇ ਹੋ। ਬਟ ਸਰਕਾਰ ਵੱਲੋਂ ਜਿਹੜੀ ਮੇਜਰ ਪ੍ਰੋਬਲਮ ਹੈ ਉਹ ਪ੍ਰੋਬਲਮ ਹੈਗੀ ਹੈ ਬਈ ਜੀ, ਜਿਹੜੇ LMIA ਲੈਣਾ ਪ੍ਰੋਬਲਮ ਨਹੀਂ ਹੈ, ਉਹ ਸਰਕਾਰ ਤੁਹਾਨੂੰ ਜਿਹੜੀ ਸਰਵਿਸ ਕੈਨੇਡਾ ਆਫਿਸ ਹੈ ਅਸੈਸ ਕਰਨ ਤੋਂ ਬਾਅਦ ਤੁਹਾਨੂੰ ਦੇ ਦਿੰਦੀ ਆ। ਜਦੋਂ ਵਰਕ ਪਰਮਿਟ ਅਪਲਾਈ ਕਰਦੇ ਆ ਉੱਥੋਂ ਰਿਫਿਊਜ਼ਲ ਰੇਟ ਬਹੁਤ ਹਾਈ ਹੈ, ਖਾਸ ਕਰਕੇ ਇੰਡੀਆ ਤੇ ਚਾਈਨਾ ਦੇ ਵਿੱਚੋਂ। ਉਹਦਾ ਰੀਜ਼ਨ ਇਹੀ ਹੈ ਬਿਕੋਜ਼ ਲਾਰਜ ਨੰਬਰ ਆਫ ਐਪਲੀਕੇਸ਼ਨ ਫਾਈਲ ਹੁੰਦੀ ਹੈ। ਔਰ ਇਸ ਦੇ ਇਲਾਵਾ ਮੈਂ ਜਿਵੇਂ ਕਿਹਾ ਸੀ ਵੀ ਲੋਕਾਂ ਨੂੰ ਜਦੋਂ ਐਪਲੀਕੇਸ਼ਨ ਦਾਇਰ ਕਰਦੇ ਹੋ ਜਾਂ ਤੁਹਾਡੇ ਜਿਹੜੇ ਥਰਡ ਪਾਰਟੀ ਹੈਗੇ ਉਹ ਕੰਪੀਟੈਂਟ ਨਹੀਂ ਹੈ, ਉਹਨਾਂ ਨੇ ਕਦੇ ਅਪੀਲ ਕੀਤੀ ਨਹੀਂ ਹੈ, ਤਾਂ ਨਾ ਤੁਹਾਨੂੰ ਐਡਵਾਈਜ਼ ਕਰਦੇ ਵੀ ਜੇ ਤੁਹਾਡਾ ਕੇਸ ਰਿਫਿਊਜ਼ ਹੋ ਗਿਆ ਤਾਂ ਤੁਸੀਂ ਅਪੀਲ ਕਰੋਗੇ। ਸੋ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ ਤਾਂ ਤੁਸੀਂ ਉਸ ਪ੍ਰੋਸਪੈਕਟਿਵ ਨਾਲ ਫਾਈਲ ਕਰੋ, ਕਿਉਂਕਿ ਇਹ ਜੁਡੀਸ਼ੀਅਲ ਰਿਵਿਊ ਹੈ, ਮੀਨਿੰਗ ਤੁਸੀਂ ਨਵਾਂ ਐਵੀਡੈਂਸ ਲਿਆ ਕੇ ਆਪਣੀ ਐਪਲੀਕੇਸ਼ਨ 'ਚ ਨਹੀਂ ਰੱਖ ਸਕਦੇ ਇੱਕ ਵਾਰ ਰਿਫਿਊਜ਼ ਹੋ ਗਿਆ। ਸੋ ਤੁਸੀਂ ਪਹਿਲੀ ਸਟੇਜ ਤੇ ਜੀ ਪਹਿਲੀ ਸਟੇਜ ਤੇ ਹੀ ਉਹ ਐਪਲੀਕੇਸ਼ਨ ਦੇ ਵਿੱਚ ਉਹ ਚੀਜ਼ਾਂ ਤੁਹਾਡੀਆਂ ਮੈਂਸ਼ਨਡ ਹੋਣ, ਕੇਸ ਲਾਜ਼ ਰੈਫਰਡ ਹੋਣ ਵੀ ਕਿਸ ਬੇਸਿਸ ਤੇ। ਜਿਵੇਂ ਹੁਣ ਫੋਰ ਐਗਜ਼ਾਮਪਲ ਟਰੈਵਲ ਹਿਸਟਰੀ ਹੈ, ਜੇ ਕੋਈ ਫਾਰਮ ਵਰਕਰ ਕਿਸੇ ਅਪਲਾਈ ਕਰ ਰਿਹਾ ਤੇ ਉਹ ਇੰਡੀਆ ਤੋਂ ਬਾਹਰ ਉਹਨਾਂ ਨੇ ਅੱਜ ਤੱਕ ਕਦੇ ਕਦਮ ਨਹੀਂ ਰੱਖਿਆ ਹੈਗਾ ਤਾਂ ਉਹ ਬੰਦੇ ਦੀ ਤਾਂ ਟਰੈਵਲ ਹਿਸਟਰੀ ਹੈ ਹੀ ਨਹੀਂ ਹੈ, ਹੋਏਗੀ ਨਹੀਂ। ਪਰ ਜੇ ਤੁਸੀਂ ਕਾਲਮ ਪੜੋਗੇ ਰਿਫਿਊਜ਼ਲ ਤੋਂ ਲਿਖਿਆ ਹੁੰਦਾ ਵੀ ਤੁਹਾਡੀ ਪਾਸਟ ਟਰੈਵਲ ਹਿਸਟਰੀ ਨਹੀਂ, ਤੇ ਉਹ ਬਹੁਤ ਵਾਰ ਇਹ ਦੇਖਿਆ ਰਿਫਿਊਜ਼ਲ ਜੋ ਮਾਰਕ ਵੀ ਕੀਤਾ ਹੁੰਦਾ। ਬਿਲਕੁਲ ਕੀਤਾ ਹੁੰਦਾ। ਨਾਓ ਇਮੀਗ੍ਰੇਸ਼ਨ ਐਕਟ ਇਹ ਡਿਮਾਂਡ ਕਰਦਾ ਵੀ ਤੁਸੀਂ ਵੀਜ਼ਾ ਆਫਿਸਰ ਨੂੰ ਆਪਣਾ ਕੇਸ ਪੁੱਟ ਅਪ ਕਰਨਾ। ਜੇ ਉਹਦੇ ਮੂਹਰੇ ਤੁਸੀਂ ਇਹ ਚੀਜ਼ ਪੁੱਟ ਅਪ ਕੀਤੀ ਹੋਈ ਹੈ, ਕੇਸ ਲਾਅ ਰੈਫਰ ਕੀਤਾ ਹੋਇਆ ਵੀ ਟਰੈਵਲ ਹਿਸਟਰੀ ਤੋਂ ਐਗਜ਼ੈਂਪਟਡ ਹੈ ਬੰਦਾ, ਤੇ ਟਰੈਵਲ ਹਿਸਟਰੀ ਇਹਦਾ ਰਿਫਿਊਜ਼ਲ ਦਾ ਕਾਰਨ ਨਹੀਂ ਬਣ ਸਕਦੀ, ਤਾਂ ਬਿਲਕੁਲ ਉਹ ਰਿਫਿਊਜ਼ਲ ਦਾ ਕਾਰਨ ਨਹੀਂ ਬਣੂਗੀ। ਜਾਂ ਜੇ ਉਹਨੇ ਫਿਰ ਵੀ ਬਿਨਾਂ ਪੜ੍ਹੇ, ਕਿਉਂਕਿ ਥਾਊਜ਼ੈਂਡਸ ਆਫ ਐਪਲੀਕੇਸ਼ਨ ਜਾਂਦੀ ਹੈ, ਜੇ ਬਿਨਾਂ ਪੜ੍ਹੇ ਰਿਫਿਊਜ਼ ਕਰਤਾ ਤਾਂ ਕੇਸ ਤੁਹਾਡੇ ਹੱਕ ਦੇ ਵਿੱਚ ਹੋਊਗਾ ਜਦ ਤੁਸੀਂ ਅਪੀਲ ਕਰੋਗੇ, ਬਿਕੋਜ਼ ਤੁਸੀਂ ਲਿਖਿਆ ਹੋਇਆ ਪਹਿਲਾਂ। ਐਗਜ਼ੈਕਟਲੀ, ਤੁਸੀਂ ਉਹ ਰੈਫਰ ਕੀਤਾ ਔਰ ਉਹ ਡਿਸੀਜਨ ਬਾਈਂਡਿੰਗ ਹੁੰਦਾ ਆਫਿਸਰ ਤੇ। ਤਾਂ ਇਹ ਜਿਹੇ ਡਿਸੀਜਨ ਅਸੀਂ ਦੇਖਦੇ ਹਾਂ ਵੀ 80% ਤੋਂ ਵੱਧ ਤਾਂ ਕੇਸ ਵੈਸੇ ਹੀ ਸੈਟਲ ਹੋ ਜਾਂਦੇ ਨੇ। ਜੇ ਰਿਫਿਊਜ਼ ਹੁੰਦਾ ਤਾਂ ਵੀਜ਼ਾ ਆਫਿਸਰ ਨੂੰ ਜਦੋਂ ਨੋਟਿਸ ਜਾਂਦਾ ਹੈ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਵੱਲੋਂ ਮਿਸਟੇਕ ਹੋ ਗਈ, ਤਾਂ ਵੈਸੇ ਕੇਸ ਜੀ ਬਿਲਕੁਲ ਉਹ ਵਾਪਸ ਕਰਾ ਲੈਂਦੇ ਨੇ। ਸੋ ਬਾਈ ਜੀ, ਸਮਾਂ ਕੱਢ ਕੇ ਤੁਸੀਂ ਆਏ, ਕੀਮਤੀ ਜਾਣਕਾਰੀ ਦਿੱਤੀ, ਤੁਹਾਡਾ ਤਹਿ ਦਿਲੋਂ ਧੰਨਵਾਦ। ਫਿਰ ਕਿਸ ਤਰ੍ਹਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਬਾਈ ਜੀ। ਦੋਸਤੋ, ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ, ਜਿਨ੍ਹਾਂ ਨੇ ਦੱਸਿਆ ਕਿ ਕਿਸ ਕੈਟਾਗਰੀ ਅਧੀਨ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀਆਂ ਲਾਹੇਵੰਦ ਸਾਬਤ ਹੋਣਗੀਆਂ। ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰ ਡਿਸਪਲੇ ਕੀਤੇ ਜਾ ਰਹੇ ਨੇ, ਵੈਬਸਾਈਟ ਦਿੱਤੀ ਜਾ ਰਹੀ ਹੈ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੰਬਰਾਂ ਤੇ ਇਹਨਾਂ ਦੇ ਵੱਖ-ਵੱਖ ਦਫ਼ਤਰਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਤੇ ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।